Hello dear students, how are you all? Welcome back. Today we will continue our chapter Atomic Structure class 11th. So first video ਦੇ ਵਿੱਚ ਅਸੀਂ ਸਟਰਕਚਰ ਆਫ ਐਟਮ ਦੇ ਬਾਰੇ ਪੜ੍ਹਿਆ ਸੀ, ਜਿਸ ਵਿੱਚ ਅਸੀਂ ਜੇ ਥੌਮਸਨ ਮਾਡਲ ਕੀਤਾ, ਉਸ ਤੋਂ ਬਾਅਦ ਰਦਰਫੋਰਡ ਸਕੈਟਰਿੰਗ ਐਕਸਪੈਰੀਮੈਂਟ ਕੀਤਾ ਤੇ ਉਸ ਤੋਂ ਬਾਅਦ ਅਸੀਂ ਰਦਰਫੋਰਡ ਐਟੋਮਿਕ ਮਾਡਲ ਬਾਰੇ ਪੜ੍ਹਿਆ। ਠੀਕ ਹੈ, तो ਰਦਰਫੋਰਡ ਐਟੋਮਿਕ ਮਾਡਲ ਦੇ ਫੇਲਿਅਰ ਤੋਂ ਕਰਨ ਤੋਂ ਪਹਿਲਾਂ ਅਸੀਂ ਕੁਝ ਟਰਮਸ ਹੈਗੀਆਂ ਉਹ ਕਰਨੀਆਂ ਨੇ, ਤੇ ਫਿਰ ਉਸ ਤੋਂ ਬਾਅਦ ਅਸੀਂ ਕੱਲ ਵਾਲੀ ਵੀਡੀਓ ਜੋ ਹੋਏਗੀ ਨੈਕਸਟ ਵੀਡੀਓ, ਉਸ ਵਿੱਚ ਅਸੀਂ ਬੋਹਰ ਮਾਡਲ ਤੇ ਰਦਰਫੋਰਡ ਮਾਡਲ ਨੂੰ ਜਿਹੜਾ ਹੈ ਉਹ ਫੇਲ ਕਰਾਂਗੇ। ਠੀਕ ਹੈ, ਸੋ ਉਸ ਤੋਂ ਪਹਿਲਾਂ ਕੁਝ ਇੰਪੋਰਟੈਂਟ ਟਰਮਸ ਹੈਗੀਆਂ ਜਿਹੜੀਆਂ ਮੈਂ ਦੱਸਣਾ ਚਾਹੁੰਦਾ ਤੁਹਾਨੂੰ। ਸੋ ਫਰਸਟ ਟਰਮ ਜੋ ਅਸੀਂ ਅੱਜ ਕਰਨੀ ਹੈ ਉਹ ਹੈ ਆਈਸੋਟੋਪਸ। Second term we will discuss about isobars। ਨਾਲੋਂ ਨਾਲ ਨੋਟ ਕਰੀ ਜਾਓ ਬੱਚੋ। ਥਰਡ ਟਰਮ ਜਿਹੜੀ ਆ ਉਹ ਅਸੀਂ ਕਰਾਂਗੇ ਇੱਥੇ ਆਈਸੋਟੋਨਸ। ਸੋ ਇਹ ਤਿੰਨ ਮੇਨ ਟਰਮਸ ਹੈਗੀਆਂ ਜਿਹੜੀਆਂ ਅਸੀਂ ਕਰਾਂਗੇ। तो ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਤੁਹਾਨੂੰ ਐਲੀਮੈਂਟ ਦੀ ਕਿਸੇ ਦੀ ਵੀ ਰਿਪਰੈਜ਼ੈਂਟੇਸ਼ਨ ਆਣੀ ਚਾਹੀਦੀ ਹੈ ਕਿ ਅਸੀਂ ਐਲੀਮੈਂਟ ਨੂੰ ਰਿਪਰੈਜ਼ੈਂਟ ਕਿੱਦਾਂ ਕਰਦੇ ਆ। ਸਪੋਜ਼ ਵੀ ਹੈਵ ਐਨ ਐਲੀਮੈਂਟ x, ਕੋਈ ਵੀ x ਐਲੀਮੈਂਟ ਆ, ਤੇ ਉਸ x ਐਲੀਮੈਂਟ ਦੇ ਲੈਫਟ ਸਾਈਡ ਤੇ ਲੋਅਰ ਲੈਫਟ ਤੇ ਅਸੀਂ z ਇਸ ਤਰ੍ਹਾਂ ਲਿਖਦੇ ਆ। ਇਹ z ਬੇਸਿਕਲੀ ਕੀ ਹੁੰਦਾ ਮੈਂ ਇਹਦੇ ਬਾਰੇ ਦੱਸਦਾ ਤੁਹਾਨੂੰ, ਔਰ ਅਪਰ ਸਾਈਡ ਤੇ ਅਸੀਂ ਇੱਥੇ ਕੀ ਲਿਖਦੇ ਆ e। ਠੀਕ ਹੈ, तो ਇਹਦੇ ਵਿੱਚ ਜੋ x ਹੈ, ਸਭ ਤੋਂ ਪਹਿਲੀ ਗੱਲ x ਨੂੰ ਅਸੀਂ x ਕੀ ਆ, ਕੋਈ ਵੀ ਐਲੀਮੈਂਟ। ਠੀਕ ਹੈ, ਨੋਟ ਕਰ ਲਓ x ਕੀ ਹੈਗਾ ਇੱਥੇ, ਕੋਈ ਵੀ ਐਲੀਮੈਂਟ। ਔਰ ਇਹ z ਕੀ ਹੁੰਦਾ, ਇਸ ਐਲੀਮੈਂਟ ਦਾ ਐਟੋਮਿਕ ਨੰਬਰ ਕੀ ਹੁੰਦਾ ਹੈ, ਐਟੋਮਿਕ ਨੰਬਰ। ਠੀਕ ਹੈ, ਨੈਕਸਟ ਚੈਪਟਰ ਜਿਹੜਾ ਤੁਹਾਨੂੰ ਹੈ ਪੀਰੀਓਡਿਕ ਟੇਬਲ, ਉਸ ਵਿੱਚ ਤੁਸੀਂ ਐਟੋਮਿਕ ਨੰਬਰ ਬਾਰੇ ਡਿਟੇਲ ਵਿੱਚ ਪੜੋਗੇ, ਪਰ ਫਿਰ ਵੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਬੇਸਿਕਲੀ ਜੇ ਪੀਰੀਓਡਿਕ ਟੇਬਲ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਐਟੋਮਿਕ ਨੰਬਰ ਬੇਸਿਕਲੀ ਕੀ ਹੁੰਦਾ, ਸੀਰੀਅਲ ਨੰਬਰ ਆਫ ਐਨ ਐਲੀਮੈਂਟ, ਸੀਰੀਅਲ ਨੰਬਰ ਆਫ ਐਨ ਐਲੀਮੈਂਟ ਇਨ ਪੀਰੀਓਡਿਕ ਟੇਬਲ, ਇਨ ਪੀਰੀਓਡਿਕ ਟੇਬਲ। ठीक है, ये याद रखना तुसी। और एक चीज होर है, ये बेसिकली की हुंदा, ये तुहानू रिप्रेजेंट करांदा नंबर ऑफ प्रोटॉन्स कि किसी भी एलीमेंट दे विच या एटम दे विच किन्ने प्रोटॉन्स प्रेजेंट आ, उस बारे दसदा। जिन्ना ਉਹਦਾ ਐਟੋਮਿਕ ਨੰਬਰ ਹੋਏਗਾ ਉਹਨੇ ਨੰਬਰ ਆਫ ਪ੍ਰੋਟੋਨਸ ਜਿਹੜੇ ਆ ਉਸ ਐਲੀਮੈਂਟ ਦੇ ਵਿੱਚ ਪ੍ਰੈਜ਼ੈਂਟ ਹੋਣਗੇ। ਠੀਕ ਹੈ, ਸੋ ਇਹ ਹੋ ਗਿਆ z ਬਾਰੇ। ਔਰ ਵਟ ਅਬਾਊਟ a? ਇੱਥੇ ਕੀ ਹੁੰਦਾ, a ਇਜ਼ ਰਿਲੇਟਿਵ ਐਟੋਮਿਕ ਮਾਸ ਆਫ ਐਨ ਐਲੀਮੈਂਟ। ਇਹ ਕੀ ਆ, ਐਟੋਮਿਕ ਮਾਸ। ਠੀਕ, ਬੇਸਿਕਲੀ ਐਟੋਮਿਕ ਮਾਸ ਕੀ ਆ, ਇਹ ਕੀ ਰਿਪਰੈਜ਼ੈਂਟ ਕਰਦਾ, ਇਟ ਇਜ਼ ਇਕੁਅਲ ਟੂ ਨੰਬਰ ਆਫ ਪ੍ਰੋਟੋਨਸ plus number of neutrons, number of neutrons ਕਿ ਉਸ ਐਲੀਮੈਂਟ ਦੇ ਵਿੱਚ ਕਿੰਨੇ ਪ੍ਰੋਟੋਨਸ ਆ ਪਲੱਸ ਕਿੰਨੇ ਨਿਊਟਰੋਨਸ ਹੈਗੇ, ਉਹਨਾਂ ਦਾ ਸਮ ਕੀ ਹੁੰਦਾ, ਐਟੋਮਿਕ ਮਾਸ। ਮੀਨਸ ਐਟੋਮਿਕ ਮਾਸ ਜਿਹੜਾ ਉਹ ਕੀ ਰਿਪਰੈਜ਼ੈਂਟ ਕਰਦਾ, ਸਮ ਆਫ ਨੰਬਰ ਆਫ ਪ੍ਰੋਟੋਨਸ ਐਂਡ ਨੰਬਰ ਆਫ ਨਿਊਟਰੋਨਸ। ਠੀਕ ਹੈ, ਯਾਦ ਰੱਖਿਓ ਇਹਨੂੰ। ਕਲੈਕਟਿਵਲੀ ਅਸੀਂ ਨਿਊਕਲੀਓਨਸ ਕਹਿੰਦੇ ਆ। ਨੰਬਰ ਆਫ ਨਿਊਕਲੀਓਨਸ ਉਹ ਕੀ ਕਿਹਦੇ ਇਕੁਅਲ ਹੁੰਦੇ ਆ, ਉਹਦੇ ਐਟੋਮਿਕ ਮਾਸ ਦੇ ਇਕੁਅਲ ਹੁੰਦੇ ਆ। ਠੀਕ ਹੈ, ਔਰ ਇਹਨੂੰ ਸ਼ਾਰਟ ਵਿੱਚ ਅਸੀਂ ਕਿੱਦਾਂ ਲਿਖਾਂਗੇ ਕਿ ਇਟ ਇਜ਼ ਇਕੁਅਲ ਟੂ ਨੰਬਰ ਆਫ ਪ੍ਰੋਟੋਨਸ, ਮਤਲਬ ਇਹਨੂੰ ਅਸੀਂ p ਨਾਲ ਰਿਪਰੈਜ਼ੈਂਟ ਕਰ ਦਿੰਦੇ ਆ, ਔਰ ਨਿਊਟਰੋਨ ਨੂੰ ਅਸੀਂ n ਨਾਲ ਰਿਪਰੈਜ਼ੈਂਟ ਕਰ ਦਿੰਦੇ ਆ। ਇਹਦਾ ਮਤਲਬ a ਜਿਹੜਾ ਆ ਉਹ ਕਿਹਦੇ ਇਕੁਅਲ ਆ ਗਿਆ, p plus n। ਸੈਕੰਡਲੀ ਪ੍ਰੋਟੋਨ, ਇੱਥੇ ਵੀ ਪ੍ਰੋਟੋਨ ਆ, ਦੇਖੋ ਪ੍ਰੋਟੋਨ ਇਜ਼ ਇਕੁਅਲ ਟੂ z, ਮਤਲਬ ਉਹਦੇ ਐਟੋਮਿਕ ਨੰਬਰ ਦੇ ਇਕੁਅਲ ਆ ਕਿਸੇ ਵੀ ਐਲੀਮੈਂਟ ਦੇ। तो ਇਹਦਾ ਮਤਲਬ ਪ੍ਰੋਟੋਨ ਦੀ ਜਗ੍ਹਾ ਅਸੀਂ z ਵੀ ਲਿਖ ਦਾਂਗੇ, ਔਰ ਫਿਰ n ਕਿਹਦੇ ਇਕੁਅਲ ਆਏਗਾ, a minus z। ਮੀਨਸ ਐਟੋਮਿਕ ਮਾਸ ਵਿੱਚੋਂ ਅਗਰ ਤੁਸੀਂ ਐਟੋਮਿਕ ਨੰਬਰ ਮਾਈਨਸ ਕਰ ਦਿੰਦੇ ਆ ਤੇ ਤੁਹਾਡੇ ਕੋਲ ਕੀ ਆ ਜਾਣੇ ਨੇ, ਨੰਬਰ ਆਫ ਨਿਊਟਰੋਨਸ, ਕਿ ਉਹਦੇ ਵਿੱਚ ਨੰਬਰ ਆਫ ਨਿਊਟਰੋਨਸ ਕਿੰਨੇ ਪ੍ਰੈਜ਼ੈਂਟ ਨੇ। तो you will find it, ਇਹਨਾਂ ਦੋਨਾਂ ਨੂੰ ਮਾਈਨਸ ਕਰਨ ਤੋਂ ਬਾਅਦ ਤੁਸੀਂ ਇਹਨੂੰ ਕੀ ਆ, ਫਾਈਂਡ ਕਰ ਸਕਦੇ ਹੋ। ਠੀਕ ਹੈ, ਸੋ ਇਹਨੂੰ ਪਹਿਲਾਂ ਨੋਟ ਕਰ ਲਓ
ਉਸ ਤੋਂ ਬਾਅਦ ਅਸੀਂ ਆਈਸੋਟੋਪ, ਆਈਸੋਬਾਰ ਤੇ ਆਈਸੋਟੋਨ ਬਾਰੇ ਗੱਲ ਕਰਨੀ ਹੈ। So dear students, let us study about the isotopes first। तो आइसोटोप बेसिकली ਕੀ ਆ, ਹੁਣ ਤੁਸੀਂ ਇਹਨਾਂ ਤੇ ਸਮਝ ਹੀ ਗਏ ਕਿ ਕਿਸੇ ਵੀ ਐਲੀਮੈਂਟ ਨੂੰ ਅਸੀਂ ਕਿਸ ਤਰ੍ਹਾਂ ਲਿਖਦੇ ਆ। ਕਿਥੇ ਸਪੋਜ਼ x ਐਲੀਮੈਂਟ ਆ ਕੋਈ ਵੀ, ਉਹਦਾ ਐਟੋਮਿਕ ਨੰਬਰ ਜੋ ਹੈ z ਨਾਲ ਰਿਪਰੈਜ਼ੈਂਟ ਹੁੰਦਾ ਔਰ ਐਟੋਮਿਕ ਮਾਸ ਜੋ ਹੈ ਉਸ ਨੂੰ ਅਸੀਂ a ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਠੀਕ ਹੈ, तो ਇਹਨੂੰ ਸਮਝਣ ਲਈ ਬੱਚੇ ਅਸੀਂ ਇੱਕ ਐਗਜ਼ਾਮਪਲ ਲੈਨੇ। ਮੰਨ ਲਓ ਤੁਹਾਡੇ ਕੋਲ ਇੱਕ ਹਾਈਡਰੋਜਨ ਐਟਮ ਹੈ। ਇਸ ਹਾਈਡਰੋਜਨ ਐਟਮ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ ਹੈ 1। ਠੀਕ ਹੈ, ਪਰ ਬੱਚੋ ਇਹ 3 ਸਟੇਟ ਦੇ ਵਿੱਚ ਐਗਜ਼ਿਸਟ ਕਰਦਾ। ਐਟੋਮਿਕ ਨੰਬਰ ਸੇਮ ਰਹਿਣਾ, ਉਹਦੇ ਵਿੱਚ ਡਿਫਰੈਂਸ ਨਹੀਂ ਆ ਰਿਹਾ। ਠੀਕ ਹੈ, ਚੇਂਜ ਕਿਹਦੇ ਵਿੱਚ ਆਂਦੀ ਹੈ, ਐਟੋਮਿਕ ਮਾਸ ਦੇ ਵਿੱਚ। ਮੰਨ ਲਓ ਫਸਟ ਦਾ ਐਟੋਮਿਕ ਮਾਸ ਜੋ ਹੈ 1, ਦੂਸਰੇ ਦਾ 2 ਔਰ ਤੀਸਰੇ ਦਾ ਹੁੰਦਾ ਇੱਥੇ 3। ਜਿਹੜਾ ਫਸਟ ਵਾਲਾ ਹੈ ਇਹਨੂੰ ਅਸੀਂ ਹਾਈਡਰੋਜਨ ਐਜ਼ ਇਟ ਇਜ਼ ਜਾਂ ਪ੍ਰੋਟੋਨੀਅਮ ਕਹਿ ਦਿੰਦੇ ਆ। ਠੀਕ ਹੈ, ਹਾਈਡਰੋਜਨ ਐਟਮ, इसका नाम होता है ड्यूटेरियम। ड्यूटेरियम और एक या ट्रीटियम। ठीक है, ਜਾਂ ਸਿੰਪਲੀ ਤੁਸੀਂ ਇਹਨੂੰ D ਵੀ ਲਿਖ ਸਕਦੇ ਆ, ਇਹਨੂੰ T ਲਿਖ ਸਕਦੇ ਆ ਔਰ ਇਹਨੂੰ H ਨਾਲ ਰਿਪਰੈਜ਼ੈਂਟ ਕਰ ਸਕਦੇ ਆ। ਠੀਕ ਹੈ, तो ਇੱਥੇ ਡਿਫਰੈਂਸ ਕੀ ਆਇਆ, ਦੇਖੋ ਐਲੀਮੈਂਟ ਹੈ, ਐਟਮਸ ਜਿਹੜੇ ਨੇ ਉਹ ਸੇਮ ਐਲੀਮੈਂਟ ਦੇ ਆ ਜਿਨ੍ਹਾਂ ਦਾ ਐਟੋਮਿਕ ਨੰਬਰ ਸੇਮ ਆ बट एटॉमिक मास ਜਿਹੜਾ ਉਹ ਕੀ ਆ ਡਿਫਰ ਕਰਦਾ। ਠੀਕ ਹੈ, ਇਦਾਂ ਦੇ ਐਲੀਮੈਂਟਸ ਨੂੰ ਅਸੀਂ ਕੀ ਕਹਿੰਦੇ ਆ, ਗਰੁੱਪ ਆਫ ਐਲੀਮੈਂਟਸ ਨੂੰ ਆਈਸੋਟੋਪਸ ਕਹਿੰਦੇ ਆ। ਠੀਕ ਹੈ, ਸੋ ਇਹਦੀ ਡੈਫੀਨੇਸ਼ਨ ਕੀ ਬਣੂਗੀ, ਸਭ ਤੋਂ ਪਹਿਲਾਂ ਅਸੀਂ ਆਈਸੋਟੋਪ ਦੀ ਡੈਫੀਨੇਸ਼ਨ ਲਿਖਦੇ ਆ। ਸੋ ਰਾਈਟ ਡਾਊਨ, ਡੈਫੀਨੇਸ਼ਨ ਇਜ਼ ਐਟਮਸ ਆਫ ਸੇਮ ਐਲੀਮੈਂਟ। ਠੀਕ ਹੈ, ਐਲੀਮੈਂਟ ਕੀ ਆ ਇਹ ਸੇਮ ਆ। ਠੀਕ ਹੈ, सेम एलीमेंट इनू तुसी लिख सकते हैं कि द एटॉमिक नंबर इज वो की हुंदा है सेम हुंदा। ठीक है, सेम एटॉमिक नंबर हैविंग डिफरेंट मास, हैविंग डिफरेंट मास नंबर नू एटॉमिक मास भी कहते हैं। ठीक है, मास नंबर ਜਾਂ ਤੁਸੀਂ ਲਿਖ ਸਕਦੇ एटॉमिक मास, जो मैं ਤੁਹਾਨੂੰ ਪਹਿਲਾਂ ਦੱਸ ਰਿਹਾ एटॉमिक मास। ठीक, are termed as isotopes। ਇਹਨਾਂ ਨੂੰ ਕੀ ਕਹਿੰਦੇ ਆ, ਆਈਸੋਟੋਪਸ ਕਹਿੰਦੇ ਆ। ਠੀਕ ਹੈ, ਔਰ ਹੁਣ ਡਿਫਰੈਂਸ ਕੀ ਆ, ਦੇਖੋ ਆਈਸੋਟੋਪਸ ਕਦੋਂ ਬਣਦੇ ਨੇ, ਤੁਸੀਂ ਇਹਨਾਂ ਦੀ ਤਿੰਨਾਂ ਦੀ ਐਗਜ਼ਾਮਪਲ ਦੁਬਾਰਾ ਲਓ। 1 1 1 हाइड्रोजन 1 1 ए 1 1 हो गया, ए 1 2 और ए हो गया 1 3, मतलब हाइड्रोजन एटम, ड्यूटेरियम ਤੇ ट्रिटिनियम। तो ਇਹਨਾਂ ਵਿੱਚ ਫਰਕ ਕੀ ਆ, ਦੇਖੋ ਇਹਦਾ ਐਟੋਮਿਕ ਨੰਬਰ 1, ਐਟੋਮਿਕ ਮਾਸ 1, ਐਟੋਮਿਕ ਨੰਬਰ 1, ਐਟੋਮਿਕ ਮਾਸ 2, ਐਟੋਮਿਕ ਨੰਬਰ 1, ਐਟੋਮਿਕ ਮਾਸ 2, सॉरी एटॉमिक मास 3। अगर असी नंबर ऑफ न्यूट्रॉन्स फाइंड करते, देखो ठीक है, न्यूट्रॉन्स किदा फाइंड करते हैं, A माइनस Z। न्यूट्रॉन फाइंड करने का फार्मूला की हुंदा A माइनस Z। नंबर ऑफ न्यूट्रॉन्स फाइंड करने का फार्मूला की है A माइनस Z। एटॉमिक मास चो एटॉमिक नंबर जिहड़ा है वो माइनस कर देना। 1 माइनस 1 ये कितना आ गया 0। तो इत्थे न्यूट्रॉन जिहड़े आ वो किन्ने आ रहे 0। इस केस दे विच नंबर ऑफ न्यूट्रॉन किन्ने आणगे 2 माइनस 1, ये आ गया 1। ठीक है, और इस केस दे विच 3 माइनस 1 मीनस ये कितना आ गया 2। ठीक है, सो बेसिकली कहने का मतलब ये होया कि जो इना फंडामेंटल पार्टिकल्स किहड़े-किहड़े असीं पढ़ चुके हैं, फंडामेंटल पार्टिकल प्रोटॉन्स, इलैक्ट्रॉन्स ते न्यूट्रॉन्स। ठीक है, प्रोटॉन्स, इलैक्ट्रॉन्स ते न्यूट्रॉन। ਜਿਹੜੇ न्यूट्रॉन्स हैगे ने, ठीक है, न्यूट्रॉन्स नोट करो, न्यूट्रॉन्स आर रिस्पॉन्सिबल फॉर, नोट कर लो बच्चे, नीचे ਤੁਹਾਡੀ ਸਕਰੀਨ ਤੇ ਫਲੈਸ਼ ਵੀ ਹੋ ਰਿਹਾ, न्यूट्रॉन्स आर रिस्पॉन्सिबल फॉर the existence of various, ठीक है, various isotopes of an element। ठीक है, वेरियस आइसोटोप्स ऑफ एन एलिमेंट। नंबर ऑफ न्यूट्रॉन्स चेंज करते हैं
ਤਾਂ ਫਿਰ ਆਈਸੋਟੋਪਸ ਬਣਦੇ ਆ ਕਿਸੇ ਵੀ ਐਲੀਮੈਂਟ ਦੇ। ਸੋ ਬੱਚੇ ਇਹ ਸੀ ਆਈਸੋਟੋਪ ਬਾਰੇ। ਇਸੇ ਤਰ੍ਹਾਂ ਬੱਚੇ ਆਈਸੋਟੋਪਸ ਜਿਹੜੇ ਨੇ ਆਕਸੀਜਨ ਦੇ ਵੀ ਐਗਜ਼ਿਸਟ ਕਰਦੇ ਆ, ਉਹ ਵੀ ਤੁਸੀਂ ਲਿਖ ਲਓ, ਤੁਹਾਡੇ ਕੰਮ ਆਣਗੇ। ਆਕਸੀਜਨ ਦੇ ਆਈਸੋਟੋਪਸ ਕਿਹੜੇ ਕਿਹੜੇ ਹੁੰਦੇ ਦੇਖੋ, 3 ਆਈਸੋਟੋਪਸ, ਠੀਕ ਹੈ। ਇਹ ਵੀ 3 ਆਈਸੋਟੋਪ ਦੇ ਵਿੱਚ ਐਗਜ਼ਿਸਟ ਕਰਦਾ, ਆਕਸੀਜਨ ਆਕਸੀਜਨ ਆਕਸੀਜਨ। ਐਟॉमिक ਨੰਬਰ ਸੇਮ, ਐਟॉमिक ਮਾਸ 16 17 18। ਨੋਟ ਕਰ ਲਓ ਬੱਚੇ, ਠੀਕ ਹੈ। ਇਹ ਵੀ ਆਈਸੋਟੋਪਸ ਜਿਹੜੇ ਨੇ ਇਹਨਾਂ ਦੇ ਐਗਜ਼ਿਸਟ ਕਰਦੇ ਆ। ਸਿਮਿਲਰਲੀ मतलब इतने मास नंबर ਜਿਹੜਾ ਉਹ ਚੇਂਜ ਕਰ ਗਿਆ, 16 17 ਐਂਡ 18, ਠੀਕ ਹੈ। ਐਂਡ ਕਾਰਬਨ ਦੇ ਆਈਸੋਟੋਪ ਕਿਹੜੇ ਹੁੰਦੇ, 6 12 ਐਂਡ 6 13, ਠੀਕ ਹੈ। ਇਹ ਕਾਰਬਨ ਦੇ ਆਈਸੋਟੋਪਸ ਨੇ। ਸਿਮਿਲਰਲੀ ਕਲੋਰੀਨ ਦਾ ਐਟॉमिक ਨੰਬਰ ਹੁੰਦਾ ਹੈ 17, ਠੀਕ ਹੈ, 17। तो ये भी 2 आइसोटोप ਵਿੱਚ एग्जिस्ट करता, 35 ਦੇ 37 एटॉमिक मास इस तरीके ना, ठीक है। तो ये ने आइसोटोप्स ऑफ डिफरेंट एलिमेंट्स, कार्बन दे, ऑक्सीजन दे, क्लोरीन दे, तो हाइड्रोजन दे ਆਪਾਂ ਸਭ ਤੋਂ ਪਹਿਲਾਂ ਕੀਤੇ ਸੀਗੇ, ਠੀਕ ਹੈ। सो ये हो गया बच्चे आइसोटोप टॉपिक। नाउ वी विल डिस्कस अबाउट दी आइसोबार्स, ठीक है। सो ਇਹਨੂੰ ਨੋਟ ਕਰ ਲਓ, ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਵੀ ਇਹਨੂੰ ਨੋਟ ਕਰ ਸਕਦੇ ਆ, ਜਿਹੜੇ ਬੱਚੇ ਰੈਗੂਲਰਲੀ ਦੇਖ ਰਹੇ ਨੇ। ਬੱਚੇ ਰੈਗੂਲਰਲੀ ਤੁਹਾਨੂੰ ਵੀਡੀਓਜ਼ ਜਿਹੜੀਆਂ ਆਣੀਆਂ ਫ੍ਰੀ ਆਫ ਕਾਸਟ ਆ, ਇਹ ਸਿਰਫ ਮਨੁੱਖਤਾ ਦੀ ਸੇਵਾ ਲਈ ਹੈ। तो ਸਾਰੇ ਬੱਚਿਆਂ ਨੂੰ ਜੋ ਹੈ ਤਾਂ ਕਿ ਇਹਦਾ ਫਾਇਦਾ ਹੋ ਸਕੇ, तो ਇਸ ਕਰਕੇ ਬੱਚੇ ਰੈਗੂਲਰਲੀ ਦੇਖਣੀਆਂ ਨੇ ਔਰ ਰੈਗੂਲਰ ਵੀਡੀਓਜ਼ ਤੁਹਾਨੂੰ ਅਪਲੋਡ ਕੀਤੀਆਂ ਜਾਣਗੀਆਂ ਤੁਹਾਡੇ ਲਈ। ਸੋ ਪਲੀਜ਼ ਡੇਲੀ ਦੇਖਿਆ ਕਰੋ। और नेक्स्ट टॉपिक बच्चे हुण है आइसोबार्स, ठीक है। सो आइसोबार्स ਇਹਨੂੰ ਹੁਣ ਕਿੱਦਾਂ ਅਸੀਂ ਡਿਫਾਈਨ ਕਰਾਂਗੇ, ਉਸ ਨੂੰ ਕਰਨ ਲਈ ਅਸੀਂ ਇੱਕ ਫਿਰ एग्जांपल ਵਿੱਚ ਮੰਨ ਲਓ ਸਾਡੇ ਕੋਲ ਹੈ ਆਰਗਨ AR, ਠੀਕ, ਆਰਗਨ ਔਰ ਇੱਥੇ ਹੈ ਕੈਲਸ਼ੀਅਮ, ਠੀਕ ਹੈ। ਪਹਿਲਾਂ ਅਸੀਂ ਗੱਲ ਕੀਤੀ ਸੀ ਸੇਮ ਐਲੀਮੈਂਟਸ ਦੀ, ਜਾਂ ਹਾਈਡਰੋਜਨ ਦੇ ਜਾਂ ਆਕਸੀਜਨ ਦੇ, ਉਹ ਸੇਮ ਐਲੀਮੈਂਟਸ ਲੈ ਸੀ ਜਿਹਦੇ ਚ ਐਟॉमिक ਨੰਬਰ ਸੇਮ ਸੀਗਾ, ਬਟ ਐਟॉमिक ਮਾਸ ਜਿਹੜਾ ਸੀ ਕਿ ਵੇਰੀ ਕਰਦਾ ਸੀ, ਠੀਕ ਹੈ। ਪਰ ਹੁਣ ਅਸੀਂ ਕੀ ਕਰਨਾ, ਆਰਗਨ ਔਰ ਕੈਲਸ਼ੀਅਮ ਇਹ ਦੋ ਐਲੀਮੈਂਟ ਜਿਹੜੇ ਆ ਉਹ ਲੈ ਲੈ, ਠੀਕ ਹੈ। ਆਰਗਨ ਦਾ ਐਟॉमिक ਨੰਬਰ ਹੁੰਦਾ 18, ਠੀਕ ਹੈ, ਪੀਰੀਓਡਿਕ ਟੇਬਲ ਵਿੱਚ 18 ਹੈ ਔਰ ਇਹਦਾ ਹੁੰਦਾ 20, ਠੀਕ। ਇਸ ਦਾ ਐਟॉमिक ਮਾਸ ਜਿਹੜਾ ਉਹ 40 ਔਰ ਇਹਦਾ ਵੀ 40, ठीक है। हुण एटॉमिक मास की हो गया सेम, एटॉमिक नंबर हो गए डिफरेंट, मतलब एटम्स ऑफ डिफरेंट एलिमेंट्स। डेफिनेशन की आएगी, एटम्स ऑफ डिफरेंट एलिमेंट्स हैविंग डिफरेंट एटॉमिक नंबर बट सेम मास नंबर, ठीक है। सो दिस इज द डेफिनेशन ऑफ आइसोबार और ये तुहाडी स्क्रीन के ऊपर फ्लैश हो रही है, इसनों इस तरह तुसी नोट कर लो, ठीक है। समझ आ गई गल की है, डेफिनेशन की होएगी एक बार फिर आपां पढ़दे हां the atoms which have the atoms of different elements which have same atomic mass but different atomic number, क्योंकि एलिमेंट ही डिफर कर गए, उन्हों का एटॉमिक नंबर भी किया डिफरेंट हो जाना पर उन्हों के एटॉमिक मास जिहड़े आ वो किया सेम। तो इस करके ये की हो गया आइसोबार्स, इन्हों असीं की कहांगे आइसोबार्स, ठीक है। और थर्ड जो है वो है आइसोटोन्स। आइसोटोन्स हुण की हुंदे ने, आओ इन्हां बारे पढ़दे हां। आइसोटोन्स लई नूं समझण लई असीं एक एग्जांपल लैंदे हां। सपोज वी हैव एन एग्जांपल, बच्चे कार्बन 14 एटॉमिक मास विच भी एग्जिस्ट करदा है। एक आइसोटोप असीं 13 तक दस्से सी पिछे, तो 14 विच भी एग्जिस्ट करदा, तो C14 आल्सो एग्जिस्ट, तो ये भी आइसोटोप की कैटेगरी विच आ जाएगा। तो बच्चे सैकेंड एग्जांपल असीं लैंदे हां इत्थे, सपोज वी हैव ऑक्सीजन का एटॉमिक नंबर कितना हुंदा 8 और एटॉमिक मास हुंदा 16, ठीक। तुहानूं देखण ते हुण की लग रिहा इत्थे ना एटॉमिक नंबर सेम आ ते ना ही एटॉमिक मास सेम हैगा, ठीक है। तो इहदे विच फिर सेम की सेम हैगा, आओ इन्हां दे नंबर ऑफ न्यूट्रॉन्स कढदे हां। नंबर ऑफ न्यूट्रॉन्स तो उन्होंने n ਨਾਲ रिप्रेजेंट करांगे। तो n देखो हुण किहदे इक्वल आ, इत्थे
14 कितना करते हैं एटॉमिक मास माइनस एटॉमिक नंबर तो 14 माइनस 6 कितना आ गया 8 ठीक और दूसरे केस ਦੇ ਵਿੱਚ इधर नंबर ऑफ न्यूट्रॉन्स फाइंड करते हैं तो ये इक्वल है 16 माइनस 8 ये भी कितना आ गया 8 ठीक तो मींस ਉਹ स्पीशीज ਜਿਨ੍ਹਾਂ ਦੇ ਐਟੋਮਿਕ ਨੰਬਰ ਨਾ ਐਟੋਮਿਕ ਨੰਬਰ ਸੇਮ ਆ ਨਾ ਐਟੋਮਿਕ ਮਾਸ ਸੇਮ ਆ ਪਰ ਉਹਨਾਂ ਵਿੱਚ ਨੰਬਰ ਆਫ ਨਿਊਟਰੋਨਸ ਜਿਹੜੇ ਆ ਉਹ ਸੇਮ ਆ ਗਏ ਠੀਕ ਹੈ ਸੇਮ ਹੋਣ ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਆਈਸੋਟੋਨਸ ਠੀਕ ਸੋ ਇਹਦੀ ਡੈਫੀਨੇਸ਼ਨ ਕੀ ਬਣੇਗੀ ਦ ਐਟਮਸ having same number of neutrons is called as isotones ठीक है is called as isotones तो इन्हों भी प्लीज नोट करो सो ये सी बच्चे टॉपिक आइसोटोप आइसोबार ते आइसोटोन्स बारे सो बच्चे इस नाल रिलेटेड हुण असीं कुछ मैं तुहानूं हुण कुछ क्वेश्चंस पाण लगा ये क्वेश्चन तुसीं हुण करने आ तो अज दा टॉपिक असीं इन्ना ही करना है इत्थे ही असीं फाइंड आउट कर देना बाकी असीं कल दी वीडियो दे विच नैक्सट टॉपिक लैके आवांगे बड़ा इंपॉर्टेंट टॉपिक आ इलैक्ट्रोमैग्नैटिक रेडिएशंस उहदे बारे असीं कल पढ़ांगे करना है हाउ मैनी इलैक्ट्रॉन्स प्रोटॉन्स and neutrons are present in an atom of the element having symbol किया A और एटॉमिक नंबर इहदा हैगा 101 और एटॉमिक मास जिहड़ा है वो कितना है 235 ठीक है सो इस क्वेश्चन को तुसी खुद करना है और मैनू इहदे आंसर्स जो ने वो तुसी कमेंट बॉक्स दे विच लिखने ने ठीक है बच्चे n फाइंड करना p फाइंड करना और e फाइंड करना ठीक है मैं कमेंट बॉक्स चेक करना है ਉਹਦੇ ਵਿੱਚ ਬੱਚਿਆਂ ਨੇ ਇਹਦੇ ਆਨਸਰਸ ਦੇਣੇ ਨੇ ਬੱਚੇ ਇਹ ਸਾਰੀਆਂ ਵੀਡੀਓਜ਼ ਤੁਹਾਡੇ ਲਈ ਫ੍ਰੀ ਆਫ ਕਾਸਟ ਹੈ ਕਿਸੇ ਵੀ ਬੱਚੇ ਦਾ ਕੋਈ ਇਸ ਵਿੱਚ ਖਰਚਾ ਨਹੀਂ ਹੈ ਕੋਈ ਕੁਝ ਨਹੀਂ ਹੈ ਸਿਰਫ ਤੁਸੀਂ ਘਰ ਬੈਠੇ ਦੇਖੋ ਸਾਰਾ ਕੁਝ ਇਹ ਸਿਰਫ ਲੋਕਾਂ ਦੀ ਸੇਵਾ ਲਈ ਹੈ तो प्लीज ਇਹਨਾਂ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਵਾਚ ਕਰੋ ਤਾਂ ਕਿ ਤੁਹਾਨੂੰ ਇਹਦੇ ਤੋਂ ਸਿੱਖਣ ਨੂੰ ਮਿਲੇ ਡੇਲੀ ਤੁਹਾਨੂੰ ਵੀਡੀਓਜ਼ ਆਉਣੀਆਂ ਨੇ और इन वीडियोस दे विच बना के अपनी अलग कॉपी लगा लो लिखे पूरे करिए ख्वाब अपने हाथों विच पंजाब इनकलाब दे सदका stay at home stay safe stay healthy thank you so much